सतगुर की साजी ਅਤੇ ਨਵਾਜੀ ਸਾਧ ਸੰਗਤ ਜੀ ਆਪਣੀ ਮਨ ਬਿਰਤੀ ਇਕਾਗਰ ਕਰਨ ਲਈ ਰਸਨਾ ਪੀਤਰ ਕਰਨ ਲਈ ਸਾਰੇ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ। ਸਾਧ ਸੰਗਤ ਜੀ, ਅੱਜ ਮੈਂ ਆਪ ਜੀ ਦੇ ਸਾਹਮਣੇ ਕੁਝ ਅਰਜ਼ਾਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਦਿਵਸ ਦੇ ਉੱਪਰ ਕਰਾਂਗਾ। ਜਿਹੜਾ ਸਤਿਗੁਰ ਦਾ ਜਸ ਹੁੰਦਾ ਹੈ ਇਹ ਤੇ ਅਗਾਧ ਬੋਧ ਹੈ, ਤੇ ਮੇਰੇ ਵਰਗਾ ਅਲਪਗ ਜੀਵ ਕੀ ਅਰਜ਼ ਕਰ ਸਕਦਾ ਹੈ। ਜਿਸ ਤਰ੍ਹਾਂ ਲਿਖਿਆ ਹੈ ਕਿ ਗੁਰ ਕਾ ਜਸ ਹੈ ਸੈਲ ਨਿਵਾਤੇ, ਮੈਂ ਚੀਟੀ ਕਿਆ ਚਖੂੰ ਤਾਤੇ, ਕਿ ਜਿਹੜਾ ਗੁਰੂ ਦਾ ਜਸ ਹੈ ਉਹ ਇੱਕ ਮਿਸ਼ਰੀ ਦੇ ਪਹਾੜ ਵਾਂਗ ਹੈ, ਤਾਂ ਮੈਂ ਚੀਟੀ ਨਿੱਕੀ ਜਿਹੀ ਚੀਟੀ ਉਹ ਚੋਂ ਕਿੰਨਾ ਕੁ ਚੱਕ ਸਕਦੀ ਹਾਂ। ਸਤਿਗੁਰੂ ਜੀ ਜਿੰਨੀ ਵੀ ਮਤ ਬੁੱਧ ਦਿੰਦੇ ਹਨ ਉਸ ਦੇ ਮੁਤਾਬਿਕ ਮੈਂ ਆਪ ਜੀ ਦੇ ਸਾਹਮਣੇ ਕੁਝ ਅਰਜ਼ਾਂ ਕਰਾਂਗਾ। ਸਾਧ ਸੰਗਤ ਜੀ, ਮੈਂ ਆਪਣਾ ਵਿਸ਼ੇ ਉਸ ਸਮੇਂ ਤੋਂ ਆਰੰਭ ਕਰਦਾ ਹਾਂ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਰਪਣ ਕਰ ਦਿੱਤੀ। ਤੇ ਉਸ ਸਮੇਂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਸਨ ਪ੍ਰਿਥੀ ਚੰਦ, ਉਹਨਾਂ ਨੂੰ ਇਸ ਗੱਲ ਦਾ ਬਹੁਤ ਹੀ ਦੁੱਖ ਲੱਗਾ ਅਤੇ ਇਸ ਕਾਰਨ ਉਹ ਆਪਣੇ ਪਿਤਾ ਦੇ ਨਾਲ ਬਹੁਤ ਹੀ ਝਗੜੇ ਅਤੇ ਬਹੁਤ ਬਹਿਸ ਕੀਤੀ ਕਿ ਇਹ ਜਗ੍ਹਾ, ਇਹ ਜਿਹੜੀ ਗੁਰਗੱਦੀ ਸੀ, ਇਸ ਦੇ ਉੱਪਰ ਮੇਰਾ ਹੱਕ ਸੀ, ਮੈਂ ਵੱਡਾ ਭਰਾ ਸੀ, ਮੈਂ ਵੱਡਾ ਸੀ, ਤੁਸੀਂ ਇਹ ਜਗ੍ਹਾ ਮੇਰੇ ਤੋਂ ਛੋਟੇ ਨੂੰ ਦੇ ਦਿੱਤੀ, ਇਹ ਤੁਸੀਂ ਗਲਤ ਕੰਮ ਕੀਤਾ। ਤੇ ਸ੍ਰੀ ਸਤਿਗੁਰੂ ਜੀ ਉਸ ਨੂੰ ਬੜੀ ਧੀਰਜ ਦੇ ਨਾਲ, ਪਿਆਰ ਨਾਲ ਉਸ ਨੂੰ ਸਮਝਾਉਂਦੇ ਹਨ ਕਿ ਪੁੱਤਰ, ਤੂੰ ਇਸ ਗੁਰਗੱਦੀ ਦੇ ਕਾਬਿਲ ਨਹੀਂ ਸੀਗਾ, ਇਸ ਵਾਸਤੇ ਤੈਨੂੰ ਇਹ ਗੁਰਗੱਦੀ ਨਹੀਂ ਮਿਲੀ। ਪਰ ਉਹ ਨਹੀਂ ਸਮਝਦੇ। ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ, ਉਹਨਾਂ ਨੇ ਗੁਰਬਾਣੀ ਦੇ ਵਿੱਚ ਇੱਕ ਇਸ ਦੇ ਪਰਥਾਈ ਸ਼ਬਦ ਵੀ ਉਚਾਰਿਆ ਹੈ ਸਾਰੰਗ ਰਾਗ ਦੇ ਵਿੱਚ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿਨ ਸਿਉ ਝਗਰਤ ਪਾਪ, ਕਿ ਹੇ ਪੁੱਤ, ਤੂੰ ਆਪਣੇ ਬਾਪ ਦੇ ਨਾਲ ਕਿਉਂ ਝਗੜਾ ਕਰਦਾ ਹੈ? ਜਿਨ੍ਹਾਂ ਨੇ ਤੈਨੂੰ ਪਾਲ ਪੋਸ ਕੇ ਬੜਾ ਕੀਤਾ ਹੈ ਉਹਨਾਂ ਨਾਲ ਝਗੜਾ ਕਰਨਾ ਪਾਪ ਹੈ। ਤੇ ਉਸ ਸ਼ਬਦ ਦੇ ਅੰਦਰ ਕਾਫੀ ਹੋਰ ਚੀਜ਼ਾਂ ਵੀ ਸੱਚੇ ਪਾਤਸ਼ਾਹ ਜੀ ਨੇ ਸਿੱਖ ਮਤ ਉਹਨਾਂ ਨੂੰ ਦਿੱਤੀ, ਪਰ ਉਹ ਨਹੀਂ ਸਮਝੇ, ਉਹ ਆਪਣਾ ਕੰਮ ਕਰਦੇ ਹੀ ਰਹੇ। ਜਿਸ ਤਰ੍ਹਾਂ ਬਾਣੀ 'ਚ ਲਿਖਿਆ ਹੈ ਕਿ ਜੋ ਪਾਵੇ ਭਾਂਡੇ ਵਿੱਚ ਵਸਤ ਸਾਹ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਤਾਂ ਕਰਕੇ ਉਹਨਾਂ ਦੇ ਮਨ ਦੇ ਅੰਦਰ ਵਸਤੂ ਹੀ ਇਦਾਂ ਦੀ ਪਾ ਰੱਖੀ ਸੀ ਅਕਾਲ ਪੁਰਖ ਨੇ ਕਿ ਉਹ ਅਖੀਰਲੇ ਸਮੇਂ ਤੱਕ ਵੀ ਸਤਿਗੁਰੂ ਜੀ ਦੇ ਨਾਲ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਲ ਈਰਖਾ ਕਰਦੇ ਰਹੇ। ਤੇ ਇੱਕ ਦਿਨ ਇਦਾਂ ਦਾ ਹੀ ਸਮਾਂ ਆਇਆ ਕਿ ਮਾਤਾ ਗੰਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ, ਉਹ ਬਾਹਰ ਕਿਤੇ ਬਸਤਰ ਸੁਕਾ ਰਹੇ ਸਨ ਤੇ ਵਿੱਚ ਕੁਝ ਕੀਮਤੀ ਗਲੀਚੇ ਵੀ ਸਨ, ਜੋ ਦੇਖ ਕੇ ਜੋ ਬੀਬੀ ਕਰਮੋ ਸੀ ਪ੍ਰਿਥੀ ਚੰਦ ਦੀ ਪਤਨੀ, ਉਸਨੇ ਜਦੋਂ ਇਹ ਚੀਜ਼ ਦੇਖੀ ਤਾਂ ਉਸਨੂੰ ਬੜਾ ਦੁੱਖ ਲੱਗਾ ਔਰ ਆਪਣੇ ਪਤੀ ਨੂੰ ਆਖਣ ਲੱਗੀ ਕਿ ਜੇ ਤੁਸੀਂ ਸਤਿਗੁਰੂ ਜੀ ਦੇ ਕਹੇ ਦੇ ਵਿੱਚ ਚੱਲਦੇ, ਉਹਨਾਂ ਦੇ ਹੁਕਮ ਦੇ ਵਿੱਚ ਚੱਲਦੇ, ਤੇ ਅੱਜ ਆਹ ਜਿਹੜੀ ਗੁਰਗੱਦੀ ਹੁੰਦੀ ਇਹ ਤੁਹਾਨੂੰ ਮਿਲੀ ਹੁੰਦੀ, ਤੇ ਆਹ ਸਾਰਾ ਜੋ ਧਨ ਹੈ ਮੈਂ ਸਾਂਭਦੀ। ਤੇ ਉਸਨੇ ਆਖਿਆ ਆਪਣੀ ਪਤਨੀ ਨੂੰ ਕਿ ਭਾਗਵਾਨ ਨੇ, ਤੂੰ ਕਾਹਤੇ ਫਿਕਰ ਕਰਦੀ ਹੈ? ਇਹ ਤਾਂ ਨਪੂਤੇ ਹਨ, ਇਹਨਾਂ ਦੇ ਤਾਂ ਕੋਈ ਪੁੱਤਰ ਹੀ ਹੈ ਨਹੀਂ, ਤੇ ਬਾਅਦ 'ਚ ਅਸੀਂ ਸਾਂਭਣਾ ਸਾਰਾ ਕੁਝ, ਤਾਂ ਕਰਕੇ ਤੂੰ ਫਿਕਰ ਨਾ ਕਰ। ਤੇ ਇਹ ਗੱਲ ਜਿਸ ਵੇਲੇ ਮਾਤਾ ਗੰਗਾ ਜੀ ਦੇ ਕੰਨੀ ਪਈ, ਉਹਨਾਂ ਦਾ ਮਨ ਭਰਿਆ ਆਇਆ, ਬੜਾ ਮਨ ਦੁਖੀ ਹੋਇਆ, ਕਿਉਂਕਿ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕੋਈ ਵੀ ਸੰਤਾਨ ਨਹੀਂ ਸੀ। ਤੇ ਸਾਧ ਸੰਗਤ ਜੀ, ਇਹ ਜਿਹੜਾ ਸਮਾਂ ਹੁੰਦਾ ਹੈ ਜਦੋਂ ਘਰ ਦੇ ਔਰ ਬਾਹਰਲੇ ਤਾਨੇ ਦਿੰਦੇ ਹਨ ਕਿ ਇਹਨਾਂ ਦੇ ਕੋਈ ਬੱਚਾ ਨਹੀਂ ਹੈ, ਉਸ ਸਮੇਂ ਉਹ ਔਰਤ ਦੇ ਉੱਪਰ ਕੀ ਗੁਜ਼ਰਦੀ ਹੈ ਇਹ ਸਿਰਫ ਉਹੀ ਸਮਝ ਸਕਦੀ ਹੈ। ਅਸੀਂ ਨਹੀਂ ਸਮਝ ਸਕਦੇ ਕਿ ਕਿੰਨਾ ਹੀ ਦੁੱਖਮਈ ਸਮਾਂ ਹੁੰਦਾ ਹੈ। ਤੇ ਮਾਤਾ ਉਸੇ ਤਰ੍ਹਾਂ ਹੀ ਦੁਖੀ ਮਨ ਦੇ ਨਾਲ ਅੰਦਰ ਚਲੀ ਗਈ। ਤੇ ਸ੍ਰੀ ਸਤਿਗੁਰੂ ਅਰਜਨ ਦੇਵ ਜੀ ਜਦੋਂ ਗ੍ਰਹਿ ਵਿਖੇ ਘਰ ਆਏ ਤੇ ਮਾਤਾ ਨੇ
रो रो के सच्चे पातशाह जी पास हथ जोड़ के बेनतियां कीतियां कि तुसी ते सारे भंडारियां दे मालिक हो, ਤੁਹਾਡੇ ਚਰਨਾਂ ਦੇ ਵਿੱਚੋਂ ਤਾਂ ਲੋਕੀ ਆ ਕੇ ਦਾਤਾਂ ਲੈ ਕੇ ਜਾਂਦੀ ਹੈ, ਝੋਲੀਆਂ ਭਰ ਕੇ ਲੋਕ ਲੈ ਕੇ ਜਾਂਦੇ ਹਨ, ਕਿਸੇ ਨੂੰ ਖਾਲੀ ਨਹੀਂ ਤੋਰਦੇ ਤੁਸੀਂ, ਤੇ ਮੇਰੀ ਹੀ ਝੋਲੀ ਖਾਲੀ ਹੈ, ਮੇਰੀ ਕੁੱਖ ਖਾਲੀ ਹੈ, ਮੇਰੇ ਉੱਪਰ ਵੀ ਕਿਰਪਾ ਕਰੋ, ਤੁਸੀਂ ਲੋਕਾਂ ਨੂੰ ਦੁੱਧ ਪੁੱਤ ਦਿੰਦੇ ਹੋ, ਮੇਰੇ ਉੱਪਰ ਵੀ ਕਿਰਪਾ ਕਰੋ। ਤਾਂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਮਾਤਾ ਜੀ ਨੂੰ ਆਖਣ ਲੱਗੇ ਕਿ ਠੀਕ ਹੈ ਕਿ ਸਾਰੇ ਭੰਡਾਰੇ ਮੇਰੇ ਪਾਸ ਹਨ, ਪਰ ਲੇਕਿਨ ਇਹ ਜਿਹੜੇ ਭੰਡਾਰੇ ਹਨ ਇਹ ਮੇਰੇ ਨਹੀਂ ਹਨ, ਇਹ ਸਾਧ ਸੰਗਤ ਦੀ ਅਮਾਨਤ ਹੈ ਮੇਰੇ ਪਾਸ, ਤੇ ਇਹਨਾਂ ਦੀ ਜਿਹੜੀ ਕੁੰਜੀ ਹੈ ਨਾ ਉਹ ਸਾਧਾਂ ਦੇ ਹੱਥ ਹੁੰਦੀ ਹੈ। ਜਿਸ ਤਰ੍ਹਾਂ ਬਾਣੀ 'ਚ ਲਿਖਿਆ ਹੈ ਕਿ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ, ਕਿ ਸੰਤਾਂ ਦੇ ਹੱਥ ਦੇ ਵਿੱਚ ਕੁੰਜੀ ਦਿੱਤੀ ਹੋਈ ਹੈ ਇਹ ਸਾਰੇ ਭੰਡਾਰਿਆਂ ਦੀ। ਤੇ ਨਾਲ ਹੀ ਇੱਕ ਸ਼ਬਦ ਸੱਚੇ ਪਾਤਸ਼ਾਹ ਨੇ ਆਪ ਹੀ ਉਚਾਰਿਆ ਹੈ ਕਿ ਨਾ ਤੂੰ ਆਵੇਂ ਵਸ ਬਹੁਤ ਗਣਾਵਣੇ, ਨਾ ਤੂੰ ਆਵੇਂ ਵਸ ਬੇਦ ਭਰਾਵਣੇ, ਨਾ ਤੂੰ ਆਵੇਂ ਵਸ ਤੀਰਥ ਨਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰੇ ਵਸ, ਸਭ ਕੋ ਤੇਰੇ ਵਸ, ਅਗਮ ਅਗੋਚਰਾ ਤੂੰ ਭਗਤਾ ਕੇ ਵਸ, ਭਗਤਾ ਤਾਨ ਤੇਰਾ। ਜਿਸ ਦਾ ਭਾਵ ਹੈ ਕਿ ਜੇ ਅਸੀਂ ਇਹ ਸੋਚੀਏ ਕਿ ਅਸੀਂ ਬਹੁਤ ਹੀ ਦੀਨ ਹੋ ਕੇ ਗਰੀਬੜੇ ਜਿਹੇ ਬਣ ਕੇ ਸਤਿਗੁਰੂ ਜੀ ਦੇ ਸਾਹਮਣੇ ਅਰਜ਼ ਕਰੀਏ ਤਾਂ ਸਤਿਗੁਰੂ ਜੀ ਸਾਡੇ ਬਸ ਆ ਜਾਣਗੇ, ਤੇ ਸਾਡੀ ਗਲਤੀ ਹੈ। ਸਤਿਗੁਰੂ ਜੀ ਬਸ ਇਸ ਤਰ੍ਹਾਂ ਨਹੀਂ ਆਉਂਦੇ, ਅਕਾਲ ਪੁਰਖ ਏਦਾਂ ਬਸ ਨਹੀਂ ਆਉਂਦਾ। ਫਿਰ ਜੇ ਅਸੀਂ ਇਹ ਸੋਚ ਲਈਏ ਕਿ ਹਾਂ ਜੀ ਅਸੀਂ ਵੇਦ ਪੜ੍ਹ ਲਈਏ, ਬਹੁਤ ਸਾਰੇ ਸ਼ਾਸਤਰ ਪੜ੍ਹ ਲਈਏ, ਤਾਂ ਫਿਰ ਵੀ ਅਕਾਲ ਪੁਰਖ ਤੁਹਾਡੇ ਵੱਸ ਨਹੀਂ ਆਉਂਦਾ। ਜੇ ਅਸੀਂ ਇਹ ਸੋਚ ਲਈਏ ਕਿ ਅਸੀਂ ਬਹੁਤ ਸਾਰੇ ਤੀਰਥ ਨਹਾ ਲਈਏ, ਥਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਈਏ, ਪੂਜਾ ਕਰ ਲਈਏ, ਤਾਂ ਵੀ ਅਕਾਲ ਪੁਰਖ ਵੱਸ ਨਹੀਂ ਆਉਂਦਾ। ਫਿਰ ਕਹਿੰਦੇ ਹਨ ਕਿ ਜੇ ਅਸੀਂ ਇਹ ਸੋਚ ਲਈਏ ਕਿ ਸਾਰੀ ਧਰਤੀ ਤੇ ਗਾ ਲਈਏ, ਸਾਰੀ ਧਰਤੀ ਫਿਰ ਲਈਏ, ਤਾਂ ਵੀ ਉਹ ਅਕਾਲ ਪੁਰਖ ਸਾਡੇ ਵੱਸ ਨਹੀਂ ਆਉਂਦਾ। ਫਿਰ ਇਹ ਸੋਚ ਲਈਏ ਕਿ ਮੈਂ ਤਾਂ ਬਹੁਤ ਅਕਲਮੰਦ ਹਾਂ, ਮੇਰਾ ਦਿਮਾਗ ਤਾਂ ਬਹੁਤ ਤੇਜ਼ ਹੈ, ਮੇਰੇ ਵਰਗਾ ਤਾਂ ਕੋਈ ਸਮਝਦਾਰ ਹੀ ਨਹੀਂ ਹੈ ਦੁਨੀਆ ਦੇ ਅੰਦਰ, ਤੇ ਸੱਚੇ ਪਾਤਸ਼ਾਹ ਕਹਿੰਦੇ ਤਾਂ ਵੀ ਅਕਾਲ ਪੁਰਖ ਵੱਸ ਨਹੀਂ ਆਉਂਦਾ। ਫਿਰ ਜੋ ਅੱਜ ਕੱਲ੍ਹ ਦਾ ਮਾਹੌਲ ਹੈ, ਕਿਸੇ ਨੂੰ ਇਹ ਲੱਗਦਾ ਹੈ ਜੋ ਬਹੁਤ ਧਨਾਢ ਹੈ ਕਿ ਮੈਂ ਬਹੁਤ ਸਾਰਾ ਦਾਨ ਦੇ ਦਿਆਂਗਾ, ਸਤਿਗੁਰੂ ਜੀ ਦੇ ਤਾਂ ਮੇਰੇ ਵੱਸ ਆ ਜਾਣਗੇ, ਮੈਂ ਕੁਝ ਵੀ ਕਰ ਸਕਦਾ, ਮੈਂ ਸਤਿਗੁਰੂ ਜੀ ਨੂੰ ਆਹ ਆਖਾਂਗਾ ਤਾਂ ਸਤਿਗੁਰੂ ਜੀ ਉਸੇ ਤਰ੍ਹਾਂ ਹੀ ਕਰ ਦੇਣਗੇ, ਮੇਰੀ ਤਾਂ ਬਹੁਤ ਚੱਲਦੀ ਹੈ। ਉਹਨਾਂ ਦੀ ਬਹੁਤ ਵੱਡੀ ਗਲਤੀ ਹੈ, ਉਹ ਕਿਸੇ ਦੇ ਵੱਸ ਨਹੀਂ ਆਉਂਦਾ ਇਹਦਾ। ਉਹ ਕਹਿੰਦੇ ਕਿ ਬਹੁਤਾ ਦਾਨ ਦੇਣ ਦੇ ਨਾਲ ਵੀ ਉਹ ਅਕਾਲ ਪੁਰਖ ਵੱਸ ਨਹੀਂ ਆਉਂਦਾ। ਫਿਰ ਸੱਚੇ ਪਾਤਸ਼ਾਹ ਅਗਲੀ ਪੰਕਤੀ 'ਚ ਆਖਦੇ ਹਨ ਕਿ ਸਭ ਕੋ ਤੇਰਾ ਵੱਸ, ਕਿ ਤੇਰੇ ਹੇ ਅਕਾਲ ਪੁਰਖ, ਹੇ ਸਤਿਗੁਰ, ਸਾਰਾ ਕੁਝ ਤੁਹਾਡੇ ਹੱਥ ਵੱਸ ਹੈ, ਤੂੰ ਹੀ ਸਾਰੇ ਪਾਸੇ ਪਰਿਪੂਰਨ ਹੈ, ਅਗਮ ਅਗੋਚਰਾ। ਫਿਰ ਅਗਲੀ ਜਿਹੜੀ ਖੀਰਲੀ ਪੰਕਤੀ ਸੱਚੇ ਪਾਤਸ਼ਾਹ ਆਖਦੇ ਹਨ ਕਿ ਤੂੰ ਭਗਤਾਂ ਕੇ ਵੱਸ, ਤੂੰ ਜੋ ਹੈ ਨਾ, ਤੂੰ ਭਗਤਾਂ ਦੇ ਵੱਸ ਹੈ। ਜਿਹੜੇ ਭਗਤ ਹਨ ਉਹ ਤੈਨੂੰ ਵੱਸ ਕਰ ਲੈਂਦੇ ਹਨ ਆਪਣੀ ਭਗਤੀ ਨਾਲ, ਤੇ ਭਗਤਾਂ ਦਾ ਜਿਹੜੀ ਤਾਕਤ ਹੈ, ਉਹਨਾਂ ਦਾ ਜ਼ੋਰ ਹੈ, ਉਹਨਾਂ ਦਾ ਬਲ ਹੈ, ਹੇ ਅਕਾਲ ਪੁਰਖ ਉਹ ਤੂੰ ਹੈ। ਸੋ ਮਾਤਾ ਜੀ ਨੂੰ ਆਖਣ ਲੱਗੇ ਕਿ ਇਸ ਵੇਲੇ ਤੁਹਾਡੇ ਜਿਹੜੀ ਮਨ ਦੀ ਮੁਰਾਦ ਹੈ, ਇਸ ਵੇਲੇ ਜਿਹੜੇ ਸੰਤ ਹਨ ਉਹ ਹਨ ਬਾਬਾ ਬੁੱਢਾ ਜੀ। ਆਪ ਜੀ ਉਹਨਾਂ ਦੇ ਪਾਸ ਜਾਓ ਤੇ ਆਪਣੀ ਇਹ ਬੇਨਤੀ ਉਹਨਾਂ ਦੇ ਮੋਹਰੇ ਰੱਖੋ, ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਤੁਹਾਡੀ ਮਨੋਕਾਮਨਾ ਪੂਰੀ ਹੋਵੇਗੀ। ਸੋ ਮਾਤਾ ਜੀ ਨੇ ਹੁਕਮ ਮੰਨ ਕੇ ਸੱਚੇ ਪਾਤਸ਼ਾਹ ਜੀ ਦਾ ਦੂਸਰੇ ਦਿਨ ਬਹੁਤ ਸਾਰੇ ਸੋਹਣੇ ਪਕਵਾਨ ਬਣਾਏ, ਬਹੁਤ ਸਾਰੀਆਂ ਚੀਜ਼ਾਂ ਬਣਾਈਆਂ, ਤੇ ਸਵੇਰੇ ਆਪਣੇ ਨੌਕਰਾਂ ਚਾਕਰਾਂ ਤੇ ਗੋਲੀਆਂ ਨੂੰ ਤਾਂ ਸੇਵਕਾਂ ਨੂੰ ਲੈ ਕੇ ਰੱਥ ਦੇ ਉੱਪਰ ਚੜ੍ਹ ਕੇ ਬੜੇ ਹੀ ਸ਼ਾਨੋ ਸ਼ੌਕ ਦੇ ਨਾਲ ਉਹ ਬਾਬਾ ਜੀ ਵੱਲ ਨੂੰ ਤੁਰ ਪਏ। ਤੇ ਦੂਰੋਂ ਬਾਬਾ ਬੁੱਢਾ ਜੀ ਦੇਖਦੇ ਹਨ ਕਿ ਧੂੜ ਉੜਦੀ ਆ ਰਹੀ ਹੈ, ਕੋਈ ਆ ਰਿਹਾ ਹੈ ਉਹਨਾਂ ਵੱਲ। ਤਾਂ ਉਹਨਾਂ ਨੇ ਆਪਣੇ ਸੇਵਕਾਂ ਨੂੰ ਪੁੱਛਿਆ ਕਿ ਇਹ ਕੌਣ ਆ ਰਿਹਾ ਹੈ, ਇਹ ਧੂੜ ਉੱਡੀ ਆਉਂਦੀ ਹੈ। ਤੇ ਉਹਨਾਂ ਨੇ ਆਖਿਆ ਸੱਚੇ ਪਾਤਸ਼ਾਹ ਜੀ ਗੁਰੂ ਕੇ ਆ ਰਹੇ ਹਨ। ਤੇ ਬਾਬਾ ਜੀ ਆਖਣ ਲੱਗੇ, ਸੁਭਾਵਕ ਹੀ ਉਹਨਾਂ ਦੇ ਮੁਖਾਰਬਿੰਦ ਚੋਂ ਗੱਲ ਨਿਕਲ ਗਈ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ। ਬਸ ਲੈਣ ਤਾਂ ਗਏ ਸਨ ਉਹ ਵਰ, ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਾਪ ਹੋ ਗਿਆ।
ਤਾਂ ਜਦੋਂ ਪਹੁੰਚੇ ਤਾਂ ਪਤਾ ਲੱਗਾ, ਮਨ ਬੜਾ ਦੁਖੀ ਹੋਇਆ ਮਾਤਾ ਜੀ ਦਾ। ਤੇ ਜਦੋਂ ਵਾਪਸ ਆਏ ਤੇ ਸ੍ਰੀ ਸਤਿਗੁਰੂ ਜੀ ਨੇ ਪੁੱਛਿਆ ਕਿ ਹਾਂ ਬਈ ਕੀ ਹੋਇਆ ਅੱਜ। ਤੇ ਮਾਤਾ ਜੀ ਨੇ ਦੱਸਿਆ ਕਿ ਇਹ ਬਚਨ ਲੈ ਆਏ ਹਾਂ ਕਿ ਗੁਰੂ ਕਿਆਂ ਨੂੰ ਕਿੱਥੋਂ ਭਾਜਣਾ ਪੈ ਗਈਆਂ। ਤੇ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਆ ਜਿਹੜਾ ਬਚਨ ਤੁਸੀਂ ਹੁਣ ਲੈ ਆਏ ਆ, ਇਹ ਬਚਨ ਪੂਰਾ ਹੋਏਗਾ। ਇਹ ਕੁਛ ਵੀ ਹੋ ਜਾਏ, ਇਹ ਬਚਨ ਪੂਰਾ ਹੋ ਕੇ ਹੀ ਰਹੇਗਾ। ਸਾਨੂੰ ਭਾਜਣਾ ਪੈਣਗੀਆਂ ਹੀ ਪੈਣਗੀਆਂ, ਕਿਉਂਕਿ ਜਿਹੜਾ ਭਗਤ ਜਾਂ ਸਾਧੂ ਦਾ ਬਚਨ ਹੁੰਦਾ ਹੈ ਨਾ, ਉਹ ਕਦੇ ਵੀ ਬਿਰਥਾ ਨਹੀਂ ਜਾਂਦਾ। ਆਪ ਹੀ ਗੁਰੂ ਅਰਜਨ ਦੇਵ ਜੀ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕਰਦੇ ਹਨ ਕਿ ਨਿਸ ਬਾਸਰ ਨਖੇਤਰ ਬਿਨਾਸੀ ਰਵ ਸਸੀਅਰ ਬਿਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇੱਕ ਸਾਧ ਬਚਨ ਨਹਿ ਚਲਾਦਾ। ਭਾਵ ਕਿ ਦਿਨ ਰਾਤ ਤਾਰੇ ਸੂਰਜ ਚੰਦਰਮਾ ਇਹ ਸਾਰੇ ਹਵਾ ਜਲ ਇਹ ਸਾਰੇ ਇੱਕ ਦਿਨ ਖਤਮ ਹੋ ਜਾਣਗੇ, ਪਰ ਜਿਹੜਾ ਸਾਧ ਦਾ ਬਚਨ ਹੈ ਨਾ ਉਹ ਅਟਲ ਰਹੇਗਾ, ਉਹ ਨਹੀਂ ਮਿਟ ਸਕਦਾ। ਫਿਰ ਹੋਰ ਅੱਗੇ ਆਖਦੇ ਹਨ ਸੱਚੇ ਪਾਤਸ਼ਾਹੀ ਕਿ ਜਿਹੜੇ ਬੰਦੇ ਜਿਹੜੇ ਜੀਵ ਆਂਡਿਆਂ ਤੋਂ ਪੈਦਾ ਹੋਏ ਹਨ, ਜਿਹੜੇ ਜੀਵ ਖੂਨ ਤੋਂ ਪੈਦਾ ਹੋਏ ਹਨ, ਜਿਹੜੇ ਜੀਵ ਪਰਸੀਨੇ ਤੋਂ ਪੈਦਾ ਹੋਏ ਹਨ, ਜਿਹੜੀ ਬਨਸਪਤੀ ਹੈ, ਇਹ ਸਾਰੀ ਫਿਰ 6 ਸ਼ਾਸਤਰ 4 ਵੇਦ ਇਹ ਵੀ ਸਾਰੇ ਖਤਮ ਹੋ ਜਾਣਗੇ, ਪਰ ਇੱਕ ਜਿਹੜਾ ਸਾਧ ਦਾ ਬਚਨ ਹੈ ਨਾ ਉਹ ਨਹੀਂ ਖਤਮ ਹੋਏਗਾ, ਉਹ ਪੂਰਾ ਹੋ ਕੇ ਹੀ ਰਹੇਗਾ। ਤੇ ਮਾਤਾ ਜੀ ਬੜੇ ਸੁਣ ਕੇ ਬੜੇ ਦੁਖੀ ਹੋਏ। ਤਾਂ ਫਿਰ ਅੱਜ ਕੀਤੀ ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਕੋਈ ਸਿੱਖ ਮਤ ਦਿਓ ਕਿ ਹੁਣ ਕਿੱਦਾਂ ਕਰੀਏ। ਤੇ ਸਤਿਗੁਰੂ ਜੀ ਬਚਨ ਕੀਤਾ ਕਿ ਤੁਸੀਂ ਆਪ ਪ੍ਰਸ਼ਾਦਾ ਤਿਆਰ ਕਰੋ ਤੇ ਆਪ ਇਕੱਲੇ ਜਾਵੋ, ਤੇ ਕਿਸੇ ਨੂੰ ਨਾਲ ਲੈ ਕੇ ਨਾ ਜਾਵੋ। ਫਿਰ ਮਾਤਾ ਜੀ ਨੇ ਕੀ ਕੀਤਾ, ਛੋਲਿਆਂ ਦੇ ਦਾਣੇ ਲਿੱਤੇ, ਕਣਕ ਲਿੱਤੀ, ਉਹਨਾਂ ਨੂੰ ਆਪ ਚੱਕੀ ਨਾਲ ਪੀਸਿਆ, ਆਪ ਪੀਸ ਕੇ ਫਿਰ ਪ੍ਰਸ਼ਾਦੇ ਤਿਆਰ ਕੀਤੇ, ਨਾਲ ਦਹੀਂ ਲਿੱਤਾ, ਲੱਸੀ ਲਿੱਤੀ, ਮੱਖਣ ਲਿੱਤਾ, ਨਾਲ ਪਿਆਜ਼ ਗੰਢੇ ਉਹ ਲਿੱਤੇ, ਲੈ ਕੇ ਕੱਪੜੇ ਦੇ ਅੰਦਰ ਬੰਨ ਕੇ ਸਿਰ ਦੇ ਉੱਪਰ ਰੱਖ ਕੇ ਨੰਗੇ ਪੈਰੀ ਤੁਰ ਪਏ ਹਨ ਬਾਬਾ ਜੀ ਵੱਲ। ਇੱਕ ਪੁੱਤਰ ਦੀ ਚਾਹਤ ਵਾਸਤੇ, ਇੱਕ ਪੁੱਤਰ ਵਾਸਤੇ ਇੱਕ ਮਾਂ ਤੁਰ ਪਈ ਹੈ। ਸੋ ਇਸੇ ਤਰ੍ਹਾਂ ਹੀ ਜਦੋਂ ਮਾਤਾ ਜਾ ਕੇ ਬਾਬਾ ਬੁੱਢਾ ਜੀ ਪਾਸ ਪਹੁੰਚੇ ਤੇ ਉਹ ਬਹੁਤ ਖੁਸ਼ ਹੋਏ। ਉਹ ਬਾਬਾ ਬੁੱਢਾ ਜੀ ਕਹਿਣ ਲੱਗੇ ਕਿ ਮਾਤਾ ਇਹ ਮਾਤਾ ਨੂੰ ਹੀ ਪਤਾ ਹੁੰਦਾ ਹੈ ਕਿ ਮੇਰਾ ਪੁੱਤਰ ਭੁੱਖਾ ਹੈ ਤੇ ਮੈਂ 2 ਦਿਨਾਂ ਦਾ ਭੁੱਖਾ ਸੀ। ਤੁਸੀਂ ਇਹ ਬਹੁਤ ਚੰਗਾ ਕੀਤਾ ਕਿ ਜਿਹੜਾ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਹੋ, ਮੈਂ ਬਹੁਤ ਖੁਸ਼ ਹੋਇਆ। ਤੇ ਮਾਤਾ ਨੇ ਉਹਨਾਂ ਨੂੰ ਪ੍ਰਸ਼ਾਦਾ ਉਹਨਾਂ ਦੇ ਹੱਥੋਂ ਆ ਕੇ ਪ੍ਰਸ਼ਾਦਾ ਉਹਨਾਂ ਦੇ ਹੱਥਾਂ ਤੇ ਰੱਖਿਆ ਤੇ ਬਾਬਾ ਜੀ ਨੇ ਇੱਕ ਪਿਆਜ਼ ਇੱਕ ਗੱਠਾ ਲੈ ਕੇ ਜ਼ਮੀਨ ਤੇ ਰੱਖ ਕੇ ਉਸ ਦੇ ਉੱਪਰ ਮੁੱਕਾ ਮਾਰਿਆ ਬੜੇ ਜ਼ੋਰ ਨਾਲ, ਔਰ ਉਹ ਜਿਹੜਾ ਪਿਆਜ਼ ਗੱਠਾ ਜਿਹੜਾ ਸੀ ਉਹ ਫਟ ਗਿਆ, ਉਹਦੇ ਵਿੱਚੋਂ ਦੀ ਜਿਹੜਾ ਅੰਦਰਲਾ ਉਹਦਾ ਟੁਕੜਾ ਸੀ ਉਹ ਪੁੜ ਕੇ ਉਹ ਜਾ ਕੇ ਡਿੱਗਿਆ। ਤੇ ਬਚਨ ਕੀਤਾ, ਮਾਤਾ ਜਾਂ ਤੇਰੇ ਘਰ ਇਦਾਂ ਦਾ ਪੁੱਤਰ ਹੋਏਗਾ, ਸੂਰਮਾ ਹੋਏਗਾ, ਦਲ ਭੰਜਨ ਹੋਵੇਗਾ, ਸੂਰਬੀਰ ਹੋਏਗਾ, ਜਿਹੜਾ ਦੁਸ਼ਮਣਾਂ ਦੇ ਸਿਰ ਇਸ ਤਰ੍ਹਾਂ ਭੰਨਦਾ ਹੈਗਾ ਜਿਸ ਤਰੀਕੇ ਦੇ ਨਾਲ ਮੈਂ ਆ ਪਿਆਜ਼ ਭੰਨ ਦਿੱਤਾ ਹੈ। ਸੋ ਬੜੀਆਂ ਖੁਸ਼ੀਆਂ ਹੋਈਆਂ। ਮਾਤਾ ਬੜੀ ਖੁਸ਼ੀ ਦੇ ਨਾਲ ਘਰ ਆਈ। ਜਿੱਦਾਂ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਚਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵਡ ਜੋਧਾ ਬਹੁ ਪਰਉਪਕਾਰੀ। ਇਦਾਂ ਦਾ ਵਰ ਲੈ ਕੇ ਮਾਤਾ ਵਾਪਸ ਘਰ ਆਏ ਤੇ ਆ ਕੇ ਸਤਿਗੁਰੂ ਜੀ ਨੂੰ ਦੱਸਿਆ। ਬੜੀਆਂ ਖੁਸ਼ੀਆਂ ਹੋਈਆਂ। ਤੇ ਫਿਰ ਉਸ ਤੋਂ ਉਪਰੰਤ ਉਹ ਜਿਹੜਾ ਬਚਨ ਸੀ ਬਾਬਾ ਬੁੱਢਾ ਜੀ ਦਾ ਪਹਿਲਾ ਬਚਨ ਕਿ ਭਾਜਣਾ ਬਾਰੇ, ਉਹ ਫਿਰ ਭਾਜਣਾ ਪਈਆਂ। ਫਿਰ ਸਤਿਗੁਰੂ ਜੀ ਨੂੰ ਕਰਤਾਰਪੁਰ ਛੱਡ ਕੇ ਵਡਾਲੀ ਆ ਕੇ ਨਿਵਾਸ ਕਰਨਾ ਪਿਆ। ਤੇ ਇਸ ਨੂੰ ਸ਼ੇਰਟਾ ਵੀ ਆਖਦੇ ਹਨ ਇਸ ਸ਼ਹਿਰ ਨੂੰ। ਉਹ ਇਸ ਕਰਕੇ ਕਿ ਗੁਰੂ ਅਰਜਨ ਦੇਵ ਜੀ ਨੇ ਇੱਥੇ ਆ ਕੇ ਇੱਕ ਬਹੁਤ ਵੱਡਾ ਖੂਹ ਬਣਵਾਇਆ ਤੇ ਉਸ ਦੇ ਉੱਪਰ 6 ਹਲਟ ਲਾਏ,
ਜਿਸ ਕਰਕੇ ਇਸ ਦਾ ਨਾਮ ਛਿਰਟਾ ਪਿਆ। ਤੇ ਇਸੇ ਹੀ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਹੋਇਆ। ਬੜੀਆਂ ਹੀ ਖੁਸ਼ੀਆਂ ਹੋਈਆਂ। ਬਾਬਾ ਬੁੱਢਾ ਜੀ ਨੂੰ ਬੁਲਾ ਕੇ ਨਾਮਕਰਨ ਰੱਖਿਆ ਗਿਆ ਤੇ ਨਾਮ ਹਰਗੋਬਿੰਦ ਰੱਖਿਆ ਗਿਆ। ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ। ਤੇ ਉਸ ਸਮੇਂ ਫਿਰ ਸੱਚੇ ਪਾਤਸ਼ਾਹ ਇੱਕ ਸ਼ਬਦ ਉਚਾਰਨ ਕੀਤਾ। ਆਮ ਤੌਰ ਤੇ ਸਾਡੀਆਂ ਗੁਰਸਿੱਖ ਬੀਬੀਆਂ ਇਹ ਸ਼ਬਦ ਉਦੋਂ ਪੜ੍ਹਦੀਆਂ ਹਨ ਜਦੋਂ ਉਹਨਾਂ ਦੇ ਗਰਭ ਦੇ ਵਿੱਚ ਬੱਚਾ ਹੁੰਦਾ ਹੈ, ਇੱਕ ਪੁੱਤਰ ਦੀ ਪ੍ਰਾਪਤੀ ਵਾਸਤੇ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਸਾ ਰਾਗ ਦੇ ਵਿੱਚ ਕਿ ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ, ਜਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮਹਿ ਲਿਖਿਆ ਤੁਰ ਕਾ, ਰਹਾਓ ਦਸੀ ਮਾसी हुक्म बालक जन्म लिया, मिटिया सोग महा आनंद थिया, गुरबाणी सखी आनंद गावे, साचे साहेब के मन पावे, वदी वेल बहु पीड़ी चाली, धर्म कला हर बंद बहाली, मन चिंदया सदगुरु दिवाया, पै अचिंत एक लिवलाया, ज्यों बालक पिता ऊपर करे बहुमान, बुलाया बोले गुर कै पान, गुज्जी छिन्नी नाही बात, गुरु नानक तुठा कीनी दात। ਸਤਿਗੁਰ ਜੀ ਉਸ ਸਤਿਗੁਰ ਦਾ, ਅਕਾਲ ਪੁਰਖ ਦਾ ਧੰਨਵਾਦ ਕਰਦੇ ਹਨ ਤੇ ਆਖਦੇ ਹਨ ਕਿ ਉਹਨਾਂ ਨੇ, ਉਸ ਸਾਚੇ ਸਤਿਗੁਰ ਨੇ ਹੀ ਸਾਡੇ ਉੱਪਰ ਇਹ ਕਿਰਪਾ ਕੀਤੀ ਹੈ ਤੇ ਉਹਨਾਂ ਨੇ ਹੀ ਇਸ ਬਾਲਕ ਨੂੰ ਭੇਜਿਆ ਹੈ। ਤਾਂ ਅਸੀਂ ਤਾਂ ਬੜੇ ਚਿਰ ਤੋਂ ਇਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਤੇ ਜਦੋਂ ਇਹ ਉਦਰ ਦੇ ਵਿੱਚ ਮਾਤਾ ਦੇ ਆਇਆ, ਉਹਦੇ ਕਰਕੇ ਮਾਤਾ ਨੂੰ ਬੜੀਆਂ ਖੁਸ਼ੀਆਂ ਹੋਈਆਂ, ਉਹ ਬੜੀ ਖੁਸ਼ ਹੈ। ਤੇ ਜਦੋਂ ਉਹ ਜੰਮਿਆ ਪੁੱਤ, ਉਹ ਇੱਕ ਭਗਤ, ਉਹ ਗੋਬਿੰਦ ਦਾ ਪੁੱਤ, ਉਹ ਗੋਬਿੰਦ ਦਾ ਭਗਤ ਉਹ ਪੈਦਾ ਹੋਇਆ। ਔਰ ਇਸ ਤਰ੍ਹਾਂ ਉਹ ਪੈਦਾ ਹੋਇਆ, ਜਿਹੜੇ ਦੁਨਿਆਵੀ ਲੋਕ ਹਨ, ਮਨਮੁਖ ਜਾਂ ਗੁਰਮੁਖ, ਜਿਨ੍ਹਾਂ ਦੇ ਲੇਖ ਲਿਖੇ ਹੋਏ, ਉਹਨਾਂ ਦੇ ਲੇਖਾਂ ਨੂੰ ਕੱਟਣ ਵਾਸਤੇ ਇਹ ਸਤਿਗੁਰ ਪੈਦਾ ਹੋਇਆ ਹੈ। ਦਸੀ ਮਾਸੀ ਜਨਮੇ ਹਨ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ, ਸਾਰੇ ਪਰਿਵਾਰ ਦੇ ਅੰਦਰ ਆਨੰਦ ਹੀ ਆਨੰਦ ਫੈਲ ਗਿਆ, ਸਾਰੇ ਸੋਗ ਦੂਰ ਹੋ ਗਏ। ਗੁਰਬਾਣੀ ਸਖੀ ਆਨੰਦ ਗਾਵੇ, ਤੇ ਜਿਹੜੀਆਂ ਸਖੀਆਂ ਹਨ ਉਹ ਬੈਠ ਕੇ ਗੀਤ ਗਾਉਂਦੀਆਂ ਹਨ। ਜਿਹੜੇ ਆਮ ਗੀਤ ਹਨ ਉਹ ਗੀਤ ਨਹੀਂ ਗਾਉਂਦੀਆਂ, ਕਿਉਂ ਅਗਲੀ ਤੁਕ ਚ ਕਹਿੰਦੇ ਹਨ ਸਾਚੇ ਸਾਹਿਬ ਕੇ ਮਨ ਭਾਏ, ਜਿਹੜੇ ਉਹ ਗੀਤ ਗੁਰਬਾਣੀ ਦੇ ਸ਼ਬਦ ਉਹ ਗਾਉਂਦੀਆਂ ਹਨ ਜੋ ਸਤਿਗੁਰ ਨੂੰ ਪਾਉਂਦੇ ਹਨ। ਤੇ ਵਧੀ ਵੇਲ ਬਹੁ ਪੀੜੀ ਚਾਲੀ, ਸਤਿਗੁਰ ਜੀ ਦੀ ਪੀੜੀ ਜਿਹੜੀ ਹੈ, ਉਹਦੀ ਵੇਲ ਹੈ, ਉਹ ਚੱਲੀ ਹੈ, ਉਹ ਅੱਗੇ ਨੂੰ ਤੁਰ ਪਈ ਹੈ। ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਹੋਰ ਵੀ ਇਸ ਦੇ ਵਿੱਚ ਕਾਫੀ ਕਿਰਪਾ ਕਰਦੇ ਹਨ। ਤੇ ਖੀਰਲੀ ਤੁਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਇਹੀ ਆਖਦੇ ਹਨ ਕਿ ਗੁੱਜੀ ਛਿੰਨੀ ਨਾਹੀ ਬਾਤ, ਨਾਨਕ ਗੁਰੂ ਨਾਨਕ ਤੁਠਾ ਕੀਨੀ ਦਾਤ। ਕਿ ਇਹਦੇ ਵਿੱਚ ਕੋਈ ਛੁਪੀ ਹੋਈ ਗੱਲ ਨਹੀਂ, ਕੋਈ ਲੁਕੀ ਹੋਈ ਗੱਲ ਨਹੀਂ। ਇਹ ਜਿਹੜੀ ਦਾਤ ਸਾਨੂੰ ਮਿਲੀ ਹੈ, ਇਹ ਆਪ ਸਤਿਗੁਰ ਜੀ ਨੇ ਸਾਨੂੰ ਦਾਤ ਦਿੱਤੀ ਹੈ। ਸੋ ਬੜੀਆਂ ਖੁਸ਼ੀਆਂ ਹੋਈਆਂ। ਸਾਰੇ ਬੰਦੇ ਜਿੰਨੇ ਵੀ ਸੰਗਤ ਦੀ ਹਨ, ਉਹ ਮੰਗਲਾਚਾਰ ਹੋ ਰਿਹਾ ਹੈ, ਮਠਾਈਆਂ ਵੰਡ ਹੋ ਰਹੀਆਂ ਹਨ। ਤੇ ਇਹ ਗੱਲ ਜਿਸ ਵੇਲੇ ਪ੍ਰਿਥੀ ਚੰਦ ਨੂੰ ਪਤਾ ਲੱਗਦੀ ਹੈ, ਉਹ ਫਿਰ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਦੁਖੀ ਹੁੰਦਾ ਹੈ, ਕਿਉਂਕਿ ਉਹਦੇ ਮਨ 'ਚ ਇਹ ਗੱਲ ਸੀਗੀ, ਇਹ ਗੱਲ ਬੈਠੀ ਹੋਈ ਸੀ ਕਿ ਸਤਿਗੁਰ ਜੀ ਤੋਂ ਬਾਅਦ, ਕਿਉਂਕਿ ਇਹਨਾਂ ਦੇ ਕੋਈ ਪੁੱਤਰ ਹੈ ਨਹੀਂ, ਔਲਾਦ ਹੈ ਨਹੀਂ, ਤੇ ਇਹਨਾਂ ਤੋਂ ਬਾਅਦ ਮੇਰਾ ਪੁੱਤਰ ਮਿਹਰਬਾਨ ਗੱਦੀ ਸੰਭਾਲੇਗਾ, ਤੇ ਉਸ ਤੋਂ ਬਾਅਦ ਸਾਰਾ ਕੁਝ ਮੇਰਾ ਹੀ ਹੋਵੇਗਾ। ਪਰ ਲੇਕਿਨ ਉਹਦੀ ਇਹ ਵੀ ਜਿਹੜੀ ਉਹਨੇ ਗੱਲ ਧਾਰੀ ਹੋਈ ਸੀ, ਉਸਦੇ ਉੱਪਰ ਵੀ ਪਾਣੀ ਫਿਰ ਗਿਆ। ਫਿਰ ਉਹ ਉਲਟੇ ਕੰਮ ਨੂੰ ਤੁਰ ਪਿਆ ਕਿ ਮੈਂ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮਰਵਾ ਹੀ ਦੇਣਾ ਹੈ। ਇਸ ਰਸਤੇ ਤੇ ਉਹ ਫਿਰ ਤੁਰ ਪਿਆ। ਫਿਰ ਉਸਨੇ ਕਈ ਤਰ੍ਹਾਂ ਦੀਆਂ ਗੰਦੀਆਂ ਚਾਲਾਂ ਖੇਲੀਆਂ। ਮੈਂ ਟੂਕ ਮਾਤਾ ਰਾਮ ਜੀ ਦੇ ਸਾਹਮਣੇ ਅੱਜ ਕਰ ਰਿਹਾ ਹਾਂ ਕਿ ਪਹਿਲਾਂ ਉਸਨੇ ਜਾਦੂ ਟੂਣਿਆਂ ਦਾ ਕੰਮ ਸ਼ੁਰੂ ਕੀਤਾ ਤੇ ਉੱਚ ਵੀ ਉਹ ਸਫਲ ਨਾ ਹੋਇਆ। ਫਿਰ ਆਖਦੇ ਹਨ ਕਿ ਮੈਨੂੰ ਤਾਂ ਪਤਾ ਨਹੀਂ ਉਹ ਕੀ ਚੀਜ਼ ਹੁੰਦੀ ਹੈ, ਸੁਣਿਆ ਹੈ ਕਿ ਕੋਈ ਜਾਦੂ ਦੀ ਮੁੱਠ ਚਲਾਉਂਦੇ ਹਨ, ਉਹ ਵੀ ਚਲਾਈਆਂ ਤਾਂ ਉੱਚ ਵੀ ਸਫਲ ਨਾ ਹੋਇਆ। ਫਿਰ ਉਸਨੇ ਕੀ ਕੀਤਾ, ਜਿਹੜੀ ਦਾਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਪੁੱਤਰ ਦੀ ਸੰਭਾਲਣ ਵਾਸਤੇ ਰੱਖੀ ਸੀ, ਉਸ ਦਾਈ ਨੂੰ ਧਨ ਦੌਲਤ ਕਾਫੀ ਦਿੱਤੀ, ਦੇ ਕੇ ਤਾਂ ਉਹਨੂੰ ਆਖਿਆ ਤੈਨੂੰ ਹੋਰ ਵੀ ਦੌਲਤ ਦੇਵਾਂਗੇ,
ਤੂੰ ਦਹੀਂ ਦੇ ਵਿੱਚ ਜ਼ਹਿਰ ਪਾ ਕੇ ਤੇ ਹਰਗੋਬਿੰਦ ਨੂੰ ਖਿਲਾ ਦੇਣੀ। ਤਾਂ ਉਹ ਵੀ ਕਾਮਯਾਬ ਨਾ ਹੋਈ। ਮੈਂ ਪੂਰੀ ਵਾਰਤਾ ਨਹੀਂ ਆਪ ਨੂੰ ਸੁਣਾਉਂਦਾ ਕਿਉਂਕਿ ਸਮੇਂ ਦਾ ਧਿਆਨ ਰੱਖਣਾ ਹੈ। ਤੇ ਉਹਦੇ ਵਿੱਚ ਵੀ ਉਹ ਕਾਮਯਾਬ ਨਾ ਹੋਈ ਔਰ ਫੜੀ ਗਈ। ਤਾਂ ਫਿਰ ਉਸ ਤੋਂ ਬਾਅਦ ਉਸਨੇ ਡੈਣ ਵੀ ਕਹਿੰਦੇ ਭੇਜੀ, ਪਰ ਉਹ ਰਸਤੇ 'ਚ ਕਿਤੇ ਮਰ ਮੁੱਕ ਗਈ। ਫਿਰ ਉਹ ਵੀ ਨਾ ਜਦੋਂ ਗੱਲ ਬਣੀ, ਫਿਰ ਉਸਨੇ ਇੱਕ ਹੋਰ ਬਹੁਤ ਹੀ ਕਹਿੰਦੇ ਹੁੰਦੇ ਘਟੀਆ ਕੰਮ ਕੀਤਾ। ਇੱਕ ਫਨੀਅਰ ਸੱਪ ਉਹ ਸਪੇਰੇ ਕੋਲੋਂ ਕਹਾ ਕੇ ਜਾਂ ਉਹਨੂੰ ਦੱਸ ਕੇ ਕਿੱਦਾਂ ਕਰਨਾ ਹੈ, ਉਹ ਸੱਪ ਜਿਹੜਾ ਸੀ ਉਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਉੱਪਰ ਛੱਡ ਦਿੱਤਾ। ਤੇ ਸ੍ਰੀ ਹਰਗੋਬਿੰਦ ਜੀ ਪੰਗੂੜੇ ਦੇ ਅੰਦਰ ਇੱਕ ਬਾਲ ਅਵਸਥਾ ਦੇ ਵਿੱਚ ਹਨ। ਜਦੋਂ ਕਿਸੇ ਬੱਚੇ ਨੂੰ ਕੋਈ ਸਮਝ ਵੀ ਨਹੀਂ ਹੁੰਦੀ, ਉਹ ਆਪਣੇ ਝੂਲੇ 'ਚ ਖੇਲਦੇ ਹਨ। ਤੇ ਉਹ ਜਦੋਂ ਫਨੀਅਰ ਸੱਪ ਕੋਲ ਗਿਆ ਤੇ ਜਿਸ ਤਰ੍ਹਾਂ ਇੱਕ ਛੋਟਾ ਜਿਹਾ ਨਿਆਣਾ ਖਿਡੌਣੇ ਨੂੰ ਫੜਦਾ ਹੈ, ਉਹਨਾਂ ਨੇ ਉਹਦੀ ਸਿਰੀ ਫੜ ਕੇ ਜਿਉਂ ਥੱਲੇ ਉਹਨੂੰ ਟਪਕਾਇਆ ਤੇ ਉੱਥੇ ਹੀ ਉਹ ਸੱਪ ਨੂੰ ਉਹਨਾਂ ਨੇ ਮਾਰ ਦਿੱਤਾ। ਸੋ ਇਸ ਤਰ੍ਹਾਂ ਦੇ ਕਈ ਉਹਨਾਂ ਨੇ ਕਾਰਨਾਮੇ ਕੀਤੇ ਪ੍ਰਿਥੀ ਚੰਦ ਨੇ, ਪਰ ਉਹਨਾਂ ਦੇ ਹੱਥ ਬਸ ਕੁਛ ਨਹੀਂ ਆਇਆ। ਤੇ ਸ੍ਰੀ ਗੁਰੂ ਅਰਜਨ ਦੇਵ ਜੀ ਇੱਕ ਸ਼ਬਦ ਉਚਾਰਨ ਕਰਦੇ ਹਨ, ਉਸ ਅਕਾਲ ਪੁਰਖ ਦਾ ਧੰਨਵਾਦ ਕਰਦੇ ਹੋਏ ਆਖਦੇ ਹਨ ਕਿ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ, ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ, ਕਾਰਜ ਸਤਗੁਰ ਆਪ ਸਵਾਰਿਆ, ਵੱਡੀ ਆਰਜਾ ਹਰ ਗੋਬਿੰਦ ਕੀ, ਸੁਖ ਮੰਗਲ ਕਲਿਆਣ ਵਿਚਾਰਿਆ, ਰਹਾਓ ਵਣ ਤ੍ਰਿਣ ਤ੍ਰਿਭਵਨ ਹਰਿਆ ਹੋਏ ਸਗਲੇ ਜੀਅ ਸਦਾਰਿਆ। ਫਿਰ ਅਖੀਰਲੀ ਪੰਕਤੀ 'ਚ ਆਖਦੇ ਹਨ ਕਿ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ, ਕਿ ਉਸ ਅਕਾਲ ਪੁਰਖ ਨੇ, ਉਸ ਸਤਿਗੁਰ ਨੇ ਸਾਡੇ ਜਿਹੜੀਆਂ ਮਨ ਦੀਆਂ ਇੱਛਾ ਸਨ ਉਹ ਸਾਰੀਆਂ ਹੀ ਉਸਨੇ ਪੂਰੀਆਂ ਕੀਤੀਆਂ ਹਨ। ਹਰ ਤਰ੍ਹਾਂ ਦੀ ਖੁਸ਼ੀ ਸਾਨੂੰ ਬਖਸ਼ੀ ਹੈ। ਤਾਂ ਵੱਡੀ ਆਰਜਾ ਤੇ ਲੰਬੀ ਆਯੂ ਹਰਗੋਬਿੰਦ ਜੀ ਨੂੰ ਦਿੱਤੀ ਹੈ। ਸੋ ਇਸ ਸ਼ਬਦ ਦੇ ਅੰਦਰ ਮੈਨੂੰ ਸਿਰਫ ਇੱਕੋ ਹੀ ਚੀਜ਼ ਸਮਝ ਦੇ ਵਿੱਚ ਆ ਰਹੀ ਹੈ। ਇਸ ਸ਼ਬਦ ਦੇ ਰਾਹੀਂ ਸ੍ਰੀ ਗੁਰੂ ਅਰਜਨ ਦੇਵ ਜੀ ਸਾਨੂੰ ਦੁਨਿਆਵੀ ਲੋਕਾਂ ਨੂੰ ਇੱਕ ਸਿੱਖ ਮਤ ਦੇ ਰਹੇ ਹਨ ਕਿ ਜਦੋਂ ਦਾਤ ਉਹ ਅਕਾਲ ਪੁਰਖ ਸਾਨੂੰ ਬਖਸ਼ਦਾ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਦਾ ਧੰਨਵਾਦ ਕਰੀਏ, ਉਸ ਸਤਿਗੁਰ ਦਾ ਧੰਨਵਾਦ ਕਰੀਏ ਕਿ ਹੇ ਅਕਾਲ ਪੁਰਖ, ਇਹ ਜੋ ਕੁਝ ਵੀ ਵਸਤੂ ਸਾਡੇ ਵਿੱਚ ਹੈ ਔਰ ਜੋ ਕੁਝ ਵੀ ਸਾਡੀਆਂ ਇੱਛਾਂ ਪੂਰੀਆਂ ਹੋਈਆਂ ਹਨ, ਇਹ ਸਾਰੀਆਂ ਹੀ ਆਪ ਜੀ ਦੇ ਕਿਰਪਾ ਦੇ ਨਾਲ ਪੂਰੀਆਂ ਹੋਈਆਂ ਹਨ। ਸੋ ਅਸੀਂ ਵੀ ਉਸ ਅਕਾਲ ਪੁਰਖ ਦੇ ਸਤਿਗੁਰ ਦੇ ਚਰਨਾਂ ਦੇ ਵਿੱਚ ਅਰਜ਼ ਕਰੀਏ ਜੋ ਸਾਡੇ ਉੱਪਰ ਵੀ ਆਪਣੀ ਉਹ ਮਿਹਰ ਕਰੇ, ਸਾਡੀਆਂ ਵੀ ਇੱਛਾ ਉਹ ਪੂਰੀਆਂ ਕਰਨ, ਆਪਣੇ ਲੜ ਲਾਉਣ। ਮੈਂ ਆਪ ਜੀ ਦੇ ਸਾਹਮਣੇ ਬੇਨਤੀਆਂ ਕਰਦਾ ਹੋਇਆ, ਇਤਿਹਾਸ ਦੱਸਦਾ ਹੋਇਆ, ਮੈਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਮੈਂ ਕਿੰਨੀਆਂ ਗਲਤੀਆਂ ਕਰ ਜਾਂਦਾ ਹਾਂ, ਪਰ ਆਪ ਸਾਰੀ ਸਾਧ ਸੰਗਤ ਬਖਸ਼ਣਯੋਗ ਹੋ, ਮੇਰੀਆਂ ਗਲਤੀਆਂ ਮਾਫ ਕਰਨੀਆਂ, ਅੰਤ ਦੇ ਵਿੱਚ ਭੁੱਲਾਂ ਦੀ ਖਿਮਾ ਬਖਸ਼ਣੀ। ਸਤਿ ਸ੍ਰੀ ਅਕਾਲ।